105 ਸਾਲ ਦੀ ਬੇਬੇ ਮਾਨ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੋਮਵਾਰ ਤੋਂ ਪੰਜਾਬ ਦੇ ਵਿੱਚ ਸਾਰੀਆਂ ਜਮਾਤਾਂ ਦੀ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਜਾਣਗੇ। ਬੇਅਦਬੀ ਮਸਲੇ ਤੇ ਹੁਣ ਪੀੜਤ ਪਰਿਵਾਰ ਸਾਹਮਣੇ ਆਏ ਨੇ। ਕੀ ਵੱਡੇ ਬਿਆਨ ਦਿੱਤੇ ਨੇ, ਬੁਲੇਟਿਨ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਘੱਗਰ ਦੇ ਪਾਣੀ ਨੇ ਲੋਕਾਂ ਦੀ ਸਮੱਸਿਆ ਵਧਾ ਦਿੱਤੀ ਹੈ ਤੇ ਕੈਪਟਨ ਸਾਹਿਬ ਨੇ ਇਲਾਕੇ ਦਾ ਜਹਾਜ਼ 'ਚ ਚੜ੍ਹ ਕੇ ਦੌਰਾ ਕੀਤਾ ਹੈ। ਬੀਜੇਪੀ ਦੇ ਮੰਤਰੀ ਤੇ ਲੀਡਰ ਇੰਨੇ ਪੁੱਠੇ ਬਿਆਨ ਆਖਿਰਕਾਰ ਕਿਉਂ ਦਿੰਦੇ ਨੇ? ਹਰਿਆਣਾ ਦੇ ਖੇਤੀਬਾੜੀ ਮੰਤਰੀ ਨੂੰ ਤਾਂ ਕਿਸਾਨਾਂ ਨੇ ਲੀਹ ਤੇ ਲਿਆ ਦਿੱਤਾ, ਪਰ ਕੇਂਦਰੀ ਮੰਤਰੀ ਤੋਮਰ ਤਾਂ ਹਾਲੇ ਸਰਕਾਰੀ ਲੀਹ ਤੇ ਹੀ ਕਾਇਮ ਨੇ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਸੂਰਮੇ ਸ਼ਹੀਦ ਊਧਮ ਸਿੰਘ ਦੀ 82ਵੀਂ ਸ਼ਹਾਦਤ ਦੇ ਮੌਕੇ ਉਹਨਾਂ ਦੀ ਸ਼ਹੀਦੀ ਨੂੰ ਸਜਦਾ ਕਰਦੇ ਹਾਂ। ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਵਿੱਚ ਜਾ ਕੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ। 20 ਸਾਲਾਂ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਦੋਸ਼ੀ ਅਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਨੌਜਵਾਨ ਭਾਰਤ ਸਭਾ ਦੇ ਵਿੱਚ ਸ਼ਹੀਦ ਊਧਮ ਸਿੰਘ ਨੇ ਜੋ ਸੁਨੇਹਾ ਦਿੱਤਾ ਸੀ ਉਹ ਸੀ ਕਿ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ, ਗੁਲਾਮੀ ਦੇ ਵਿਰੁੱਧ ਇਨਕਲਾਬ ਮਨੁੱਖ ਦਾ ਧਰਮ ਹੈ, ਇਹ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ। ਆਜ਼ਾਦੀ ਜੀਵਨ ਹੈ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਤੇ ਅਸੀਂ ਇਸ ਨੂੰ ਹਾਸਲ ਕਰਕੇ ਰਹਾਂਗੇ। ਸੋ ਆਜ਼ਾਦੀ ਦੇ ਪਰਵਾਨੇ ਨੂੰ ਅਸੀਂ ਸਜਦਾ ਕਰਦੇ ਹਾਂ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਸਭ ਤੋਂ ਪਹਿਲੀ ਖਬਰ ਹੈ ਜਿਹੜੀ ਉਹ ਪੰਜਾਬ ਦਾ ਮਾਣ ਬੇਬੇ ਮਾਨ ਕੌਰ ਦੇ ਨਾਲ ਜੁੜੀ ਹੋਈ ਹੈ। ਬੇਬੇ ਮਾਨ ਕੌਰ 105 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਕੌਮਾਂਤਰੀ ਵੈਟਰਨ ਐਥਲੀਟ ਬੇਬੇ ਮਾਨ ਕੌਰ ਸਾਥੋਂ ਸਦਾ ਲਈ ਵਿਛੜ ਗਏ ਨੇ। ਬੇਬੇ ਮਾਨ ਕੌਰ ਨੇ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਦੇ ਵਿੱਚ ਆਖਰੀ ਸਾਹ ਲਿਆ ਤੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਉਹਨਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਬੇਬੇ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਤਾਂ ਉਹ ਠੀਕ ਚੱਲ ਰਹੇ ਸੀ, ਪਰ ਬਾਅਦ ਦੁਪਹਿਰ ਸ਼ਨੀਵਾਰ ਨੂੰ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਤੇ ਸਾਡੇ ਤੋਂ ਸਦਾ ਲਈ ਵਿਛੜ ਗਏ। ਬੇਬੇ ਮਾਨ ਕੌਰ ਨੇ ਦੌੜਨਾ 93 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਸੀ। 100 ਮੀਟਰ, 200 ਮੀਟਰ ਤੇ 400 ਮੀਟਰ ਦੌੜ ਵਿੱਚ 20 ਤਗਮੇ ਬੇਬੇ ਮਾਨ ਕੌਰ ਨੇ ਲਏ ਸੀ। ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਸੋਨੇ ਦੇ ਤਗਮੇ ਬੇਬੇ ਦੀ ਝੋਲੀ ਵਿੱਚ ਪਏ ਸੀ। ਉਹਨਾਂ ਨੇ ਨਿਊਜ਼ੀਲੈਂਡ 'ਚ ਹੋਈਆਂ 17ਵੀਆਂ ਵਰਲਡ ਮਾਸਟਰਸ ਗੇਮਸ ਦੇ ਵਿੱਚ 100+ ਵਰਗ ਦੀ 100 ਮੀਟਰ ਦੀ ਦੌੜ ਵਿੱਚ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ। ਵੈਨਕੂਵਰ 'ਚ ਹੋਈਆਂ ਖੇਡਾਂ ਵਿੱਚ ਇੱਕ ਹੋਰ ਰਿਕਾਰਡ ਤੋੜਿਆ, ਜਿਹੜੀ ਦੌੜ ਪਹਿਲਾਂ ਉਹਨਾਂ ਨੇ 1 ਮਿੰਟ 20 ਸਕਿੰਟ 'ਚ ਪੂਰੀ ਕੀਤੀ ਸੀ। ਕੈਨੇਡਾ ਦੀਆਂ ਖੇਡਾਂ ਵਿੱਚ ਉਹ 1 ਮਿੰਟ 14 ਸਕਿੰਟਾਂ ਵਿੱਚ ਹੀ ਪੂਰੀ ਕਰ ਗਏ। ਉਹਨਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਵੀ 75+ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਆਪਣੀ ਸਿਹਤ ਦਾ ਰਾਜ਼ ਬੇਬੇ ਮਾਨ ਕੌਰ ਸੰਤੁਲਿਤ ਭੋਜਨ ਦੱਸਦੇ ਸੀ। ਹਮੇਸ਼ਾ ਬੇਬੇ ਮਾਨ ਕੌਰ ਨੇ ਖਿਡਾਰੀਆਂ ਨੂੰ ਧਾਰਮਿਕ ਬਿਰਤੀ ਨਾਲ ਜੁੜਨ ਦੀ ਸਲਾਹ ਦਿੱਤੀ। ਪੰਜਾਬ ਦੇ ਵਿੱਚ ਸੋਮਵਾਰ ਯਾਨੀ ਕਿ 2 ਅਗਸਤ ਤੋਂ ਸਾਰੀਆਂ ਜਮਾਤਾਂ ਦੇ ਲਈ ਸਕੂਲ ਖੁੱਲ੍ਹ ਜਾਣਗੇ। ਪੰਜਾਬ ਸਰਕਾਰ ਨੇ ਕਰੋਨਾ ਦੇ ਘਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਸੂਬਾ ਭਰ ਦੇ ਵਿੱਚ ਸਾਰੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਸਕੂਲਾਂ ਦੇ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਗ੍ਰਹਿ ਮੰਤਰਾਲੇ ਨੇ ਇਸ ਸੰਬੰਧੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜੁਲਾਈ ਤੋਂ 10ਵੀਂ, 11ਵੀਂ ਤੇ 12ਵੀਂ ਤੱਕ ਦੀਆਂ ਜਮਾਤਾਂ ਦੇ ਸਕੂਲ ਖੋਲ੍ਹਣ ਦੀ ਆਗਿਆ ਦੇ ਚੁੱਕੇ ਨੇ ਤੇ ਉਹ ਸਾਰੇ ਸਕੂਲ ਖੁੱਲ੍ਹ ਵੀ ਚੁੱਕੇ ਨੇ। ਸਿਰਫ ਉਹਨਾਂ ਅਧਿਆਪਕਾਂ ਤੇ ਸਟਾਫ ਨੂੰ ਫਿਜ਼ੀਕਲੀ ਹਾਜ਼ਰ ਹੋਣ ਦੀ ਆਗਿਆ ਹੋਵੇਗੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੋਵੇਗਾ। ਸਾਰੇ ਅਧਿਆਪਕਾਂ ਨੂੰ ਕਰੋਨਾ ਟੀਕੇ ਦੀਆਂ 2 ਡੋਜ਼ਸ ਲਵਾਉਣੀਆਂ ਲਾਜ਼ਮੀ ਹੋਣਗੀਆਂ। ਕੈਪਟਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੇ ਹਾਲਾਤ ਕਾਬੂ 'ਚ ਰਹੇ ਤਾਂ 2 ਅਗਸਤ ਤੋਂ ਬਾਕੀ ਕਲਾਸਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਤੇ ਹੁਣ 2 ਅਗਸਤ ਤੋਂ ਸਾਰੀਆਂ ਜਮਾਤਾਂ ਦੇ ਸਕੂਲ ਖੁੱਲ੍ਹਣ ਜਾ ਰਹੇ ਨੇ। ਹਾਲਾਂਕਿ ਪੰਜਾਬ ਸਰਕਾਰ ਨੇ ਕਰੋਨਾ ਪਾਬੰਦੀਆਂ 10 ਅਗਸਤ ਤੱਕ ਵਧਾ ਦਿੱਤੀਆਂ ਨੇ। ਪੰਜਾਬ 'ਚ ਪਹਿਲਾਂ ਤੋਂ ਲਾਗੂ ਪਾਬੰਦੀਆਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸੋ ਕਰੋਨਾ ਮਹਾਮਾਰੀ ਕਾਰਨ ਬੰਦ ਪਏ ਸਕੂਲ ਕਈ ਸੂਬਿਆਂ ਦੇ ਵਿੱਚ ਹਾਲਾਂਕਿ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਹਾਲੇ ਵੀ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਤੇ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਨੇ ਜਿੱਥੇ ਸਕੂਲ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੇ ਹੁਣ ਸਕੂਲ ਖੋਲ੍ਹਣ ਦੇ ਲਈ ਪੰਜਾਬ ਮਾਹਿਰਾਂ ਨੇ ਸੂਬਾ ਸਰਕਾਰਾਂ ਨੂੰ ਚਿੱਠੀ ਲਿਖੀ ਹੈ। 50 ਤੋਂ ਵੱਧ ਡਾਕਟਰਾਂ, ਬਾਲ ਰੋਗ ਜਿਹੜੇ ਬੱਚਾ ਰੋਗ ਮਾਹਿਰ ਹੁੰਦੇ ਨੇ ਜਾਂ ਫਿਰ ਜਨਤਕ ਸਿਹਤ ਮਾਹਿਰ ਹੁੰਦੇ ਨੇ, IIT ਦੇ ਪ੍ਰੋਫੈਸਰ ਤੇ ਅਰਥ ਸ਼ਾਸਤਰੀਆਂ ਨੇ ਕੁਝ ਸੂਬਿਆਂ ਦੇ ਸਰਕਾਰਾਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸਕੂਲ ਖੋਲ੍ਹਣ ਦੀ ਅਪੀਲ ਹੈ ਜਿਹੜੀ ਉਹ ਕੀਤੀ ਹੈ। ਇਹਨਾਂ ਮਾਹਿਰਾਂ ਨੇ ਆਪਣੀ ਚਿੱਠੀ ਵਿੱਚ ਸਕੂਲ ਖੋਲ੍ਹੇ ਜਾਣ ਦੇ ਪੱਖ ਵਿੱਚ ਬਾਕਾਇਦਾ ਵਿਗਿਆਨਕ ਜਿਹੜੇ ਸੁਝਾਅ ਨੇ ਤੇ ਤੱਥ ਨੇ ਉਹ ਵੀ ਦਿੱਤੇ ਨੇ। ਇਹ ਚਿੱਠੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਉद्धਵ ਠਾਕਰੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਕੇ ਲਿਖੀ ਗਈ ਹੈ। ਚਿੱਠੀ ਵਿੱਚ ਲਿਖਿਆ ਗਿਆ ਕਿ ਭਾਰਤ ਵਿੱਚ ਪਿਛਲੇ 16 ਮਹੀਨੇ ਤੋਂ ਵੱਧ ਸਮੇਂ ਤੋਂ ਸਕੂਲ ਬੰਦ ਨੇ, ਜਦਕਿ ਵਿਗਿਆਨਕ ਤੱਥਾਂ ਤੋਂ ਇਹ ਸਾਬਿਤ ਹੋ ਚੁੱਕਿਆ ਕਿ ਸਾਵਧਾਨੀ ਤੇ ਬਚਾਅ ਦੇ ਨਾਲ ਸਕੂਲਾਂ ਦਾ ਚੱਲਣਾ ਸੰਭਵ ਹੈ। ਸਕੂਲਾਂ ਦੇ ਬੰਦ ਹੋਣ ਨਾਲ ਸਿੱਖਿਆ ਤੇ ਕਰੀਅਰ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਵਕਤ ਦੁਨੀਆ ਦੇ 170 ਦੇਸ਼ਾਂ ਵਿੱਚ ਸਕੂਲ ਜਾਂ ਤਾਂ ਪੂਰੀ ਤਰ੍ਹਾਂ ਜਾਂ ਫਿਰ ਅੰਸ਼ਿਕ ਰੂਪ ਦੇ ਵਿੱਚ ਖੁੱਲ੍ਹੇ ਹੋਏ ਨੇ। ਸਵੀਡਨ ਤੇ ਫਰਾਂਸ ਵਰਗੇ ਕੁਝ ਮੁਲਕਾਂ ਨੇ ਤਾਂ ਮਹਾਮਾਰੀ ਦੇ ਦੌਰਾਨ ਸਕੂਲ ਬੰਦ ਹੀ ਨਹੀਂ ਕੀਤੇ।
ਸੰਯੁਕਤ ਰਾਸ਼ਟਰ ਨਾਲ ਜੁੜੀ ਬੱਚਿਆਂ ਦੇ ਲਈ ਕੰਮ ਕਰਨ ਵਾਲੀ ਸੰਸਥਾ ਯੂਨੀਸੈਫ ਨੇ ਵੀ ਕਿਹਾ ਹੈ ਕਿ ਸਕੂਲਾਂ ਨੂੰ ਸਭ ਤੋਂ ਅਖੀਰ ਵਿੱਚ ਬੰਦ ਹੋਣਾ ਚਾਹੀਦਾ ਹੈ ਤੇ ਸਭ ਤੋਂ ਪਹਿਲਾਂ ਖੁੱਲ੍ਹਣਾ ਚਾਹੀਦਾ ਹੈ। ਮਾਹਿਰਾਂ ਨੇ ਲਿਖਿਆ ਕਿ ਸਾਰੇ ਲੋਕਾਂ ਦੇ ਟੀਕਾਕਰਨ ਦੇ ਵਿੱਚ ਹਾਲੇ ਸਮਾਂ ਲੱਗੇਗਾ। ਦਿੱਲੀ ਵਿੱਚ ਹਾਲੇ ਤੱਕ 13% ਅਤੇ ਮਹਾਰਾਸ਼ਟਰ ਕਰਨਾਟਕਾ ਵਿੱਚ ਸਿਰਫ 7% ਲੋਕਾਂ ਨੂੰ ਹੀ ਵੈਕਸੀਨ ਦੀਆਂ ਦੋਵੇਂ ਡੋਜ਼ਜ਼ ਲੱਗੀਆਂ ਨੇ। ਅਜਿਹੇ ਵਿੱਚ ਪੂਰੀ ਆਬਾਦੀ ਦੇ ਟੀਕਾਕਰਨ ਹੋਣ ਤੱਕ ਸਕੂਲਾਂ ਦੇ ਖੋਲ੍ਹਣ ਦਾ ਇੰਤਜ਼ਾਰ ਕਰਨ ਵਿੱਚ ਬਹੁਤ ਦੇਰ ਹੋ ਜਾਏਗੀ, ਬੱਚਿਆਂ ਦਾ ਨੁਕਸਾਨ ਹੋਵੇਗਾ। ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਹਾਲੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਰੋਨਾ ਦਾ ਟੀਕਾ ਨਹੀਂ ਲਾਇਆ ਜਾ ਰਿਹਾ। ਉੱਥੇ ਭਾਰਤ ਸਮੇਤ ਕਈ ਮੁਲਕਾਂ ਵਿੱਚ 18 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਟੀਕਾ ਹਾਲੇ ਬਣਨ ਦੀ ਪ੍ਰਕਿਰਿਆ ਦੇ ਵਿੱਚ ਹੈ। ਸੋ ਅਜਿਹੇ ਵਿੱਚ ਤੁਸੀਂ ਸਕੂਲਾਂ ਨੂੰ ਇੰਨਾ ਸਮਾਂ ਬੰਦ ਨਹੀਂ ਰੱਖ ਸਕਦੇ। ਕੋਵਿਡ-19 ਹਾਲੇ ਇੰਨੀ ਛੇਤੀ ਖਤਮ ਹੋਣ ਵਾਲਾ ਨਹੀਂ ਹੈ। ਅਜਿਹੇ ਵਿੱਚ ਜ਼ਰੂਰੀ ਸਾਵਧਾਨੀਆਂ ਵਰਤਦੇ ਹੋਏ ਸਕੂਲ ਖੋਲ੍ਹੇ ਜਾਣੇ ਚਾਹੀਦੇ ਨੇ। ਸੋ ਦੇਖਣਾ ਹੋਏਗਾ ਕਿ ਦਿੱਲੀ, ਮਹਾਰਾਸ਼ਟਰ ਜਾਂ ਫਿਰ ਕਰਨਾਟਕਾ ਦੇ ਮੁੱਖ ਮੰਤਰੀ ਇਸ ਚਿੱਠੀ ਤੋਂ ਕੋਈ ਅਸਰ ਕਬੂਲਦੇ ਨੇ ਜਾਂ ਫਿਰ ਨਹੀਂ। ਮੀਂਹ ਦੇ ਪਾਣੀ ਦੀ ਗੱਲ ਕਰ ਲਈਏ ਤਾਂ ਘੱਗਰ ਨੇ ਸੰਗਰੂਰ ਇਲਾਕੇ ਦੇ ਲੋਕਾਂ ਦੀ ਟੈਨਸ਼ਨ ਵਧਾ ਦਿੱਤੀ ਹੈ। ਭਾਰੀ ਮੀਂਹ ਕਾਰਨ 24 ਘੰਟਿਆਂ ਦੇ ਵਿੱਚ 16 ਫੁੱਟ ਤੱਕ ਘੱਗਰ ਦੇ ਪਾਣੀ ਦਾ ਪੱਧਰ ਵੱਧ ਗਿਆ। ਖਤਰੇ ਦੇ ਨਿਸ਼ਾਨ ਤੋਂ ਪਾਣੀ ਸਿਰਫ 4 ਫੁੱਟ ਹੀ ਥੱਲੇ ਹੈ ਤੇ ਕਈ ਥਾਵਾਂ ਤੋਂ ਕੱਚੇ ਕਿਨਾਰੇ ਖੁਰਨੇ ਵੀ ਸ਼ੁਰੂ ਹੋ ਚੁੱਕੇ ਨੇ ਤੇ ਘੱਗਰ ਦਰਿਆ ਦੇ ਪੁਲ ਥੱਲੇ ਫਸੀ ਬੂਟੀ ਕਾਰਨ ਹਲਕਾ ਸ਼ੁਤਰਾਣਾ ਦੇ ਕਈ ਪਿੰਡਾਂ ਦੇ ਲੋਕਾਂ ਦੇ ਜਿੱਥੇ ਸਾਹ ਸੁੱਤੇ ਹੋਏ ਨੇ, ਉੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹਲਕਾ ਸ਼ੁਤਰਾਣਾ ਦੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਖਿਲਾਫ ਦੇਰ ਰਾਤ ਧਰਨਾ ਵੀ ਲਾਇਆ ਗਿਆ ਸੀ। ਹਾਲਾਂਕਿ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਕਿ ਸਵੇਰੇ 9:30 ਵਜੇ ਤੱਕ ਪੁਲ ਦੀ ਸਫਾਈ ਕਰਵਾ ਦਿੱਤੀ ਜਾਏਗੀ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਕੋਈ ਢਿੱਲ ਕਰੇਗਾ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਮੁੜ ਧਰਨੇ ਤੇ ਬਹਿ ਜਾਏਗੀ। ਜਿੰਨਾ ਚਿਰ ਪ੍ਰਸ਼ਾਸਨ ਵੱਲੋਂ ਸਹੀ ਢੰਗ ਨਾਲ ਨਿਕਾਸ ਪਾਣੀ ਦਾ ਨਹੀਂ ਕੀਤਾ ਜਾਂਦਾ, ਕਿਸਾਨਾਂ ਵੱਲੋਂ ਪਾਲੀ ਫਸਲ ਡੁੱਬਣ ਦੀ ਕਗਾਰ ਤੇ ਹੀ ਰਹੇਗੀ। ਪਰ ਪ੍ਰਸ਼ਾਸਨ ਗੁੰਮ ਕਰਨ ਦੀ ਨੀਂਦ ਹੈ ਜਿਹੜਾ ਉਹ ਸੁੱਤਾ ਪਿਆ। ਦਰਅਸਲ ਹਰ ਸਾਲ ਇੱਥੇ ਹਜ਼ਾਰਾਂ ਏਕੜ ਫਸਲ ਘੱਗਰ ਦਰਿਆ ਦੀ ਮਾਰ ਹੇਠ ਆ ਜਾਂਦੀ ਹੈ, ਜਿਸ ਦੇ ਨਾਲ ਇਲਾਕਾ ਨਿਵਾਸੀਆਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਤੇ ਇਸ ਵਾਰ ਵੀ ਸੰਗਰੂਰ ਦੇ ਕਿਸਾਨਾਂ ਦੀ 5500 ਏਕੜ ਜਿਹੜੀ ਫਸਲ ਹੈਗੀ ਹੈ ਉਹ ਪਾਣੀ ਦੀ ਮਾਰ ਹੇਠ ਆ ਗਈ ਹੈ। ਜੇ ਛੇਤੀ ਇੱਥੋਂ ਪਾਣੀ ਨਾ ਕੱਢਿਆ ਗਿਆ ਤਾਂ ਫਸਲ ਹੈ ਜਿਹੜੀ ਉਹ ਪੂਰੀ ਬਰਬਾਦ ਹੋ ਸਕਦੀ ਹੈ। ਤੇ ਘੱਗਰ ਦਰਿਆ ਦੇ ਵਿੱਚ ਵਧੇ ਪਾਣੀ ਦੇ ਮੱਦੇਨਜ਼ਰ ਕੈਪਟਨ ਨੇ ਵੀ ਹਵਾਈ ਸਰਵੇਖਣ ਕੀਤਾ ਤਾਂ ਕਿ ਜਿਹੜਾ ਭਰਿਆ ਹੋਇਆ ਮੀਂਹ ਦਾ ਪਾਣੀ ਹੈ ਤੇ ਪਾਣੀ ਦਾ ਵਧਿਆ ਹੋਇਆ ਪੱਧਰ ਹੈ ਉਹਨਾਂ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਸਕੇ। ਕੈਪਟਨ ਨੇ ਪਟਿਆਲਾ ਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਵੀ ਮੰਗ ਲਈ ਹੈ। ਕੋਟਕਪੂਰਾ ਗੋਲੀकांड ਦੇ ਗਵਾਹਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਤਾੜਨਾ ਕੀਤੀ ਹੈ। ਦਰਅਸਲ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾਂ ਗੋਲੀकांड ਤੇ ਬੇਅਦਬੀ ਮਾਮਲੇ ਦੇ ਕੁਝ ਚਸ਼ਮਦੀਦ ਗਵਾਹਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ। ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਮਹਿੰਦਰਪਾਲ ਸਿੰਘ ਬਿੱਟੂ ਜੋ ਨਾਭੇ ਜੇਲ੍ਹ 'ਚ ਮਾਰਿਆ ਗਿਆ ਸੀ, ਉਸਨੇ ਕਿਹਾ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਜਿਹੜਾ ਪਾਟਿਆ ਗਿਆ ਸੀ ਉਹ ਉਸਨੇ ਆਪਣੇ ਭਰਾ ਸੁਰਿੰਦਰਪਾਲ ਨੂੰ ਦਿੱਤਾ ਸੀ। ਪਰ ਸੁਰਿੰਦਰਪਾਲ ਦੀ 4.5 ਸਾਲ ਵਿੱਚ ਅੱਜ ਤੱਕ ਰਿਕਾਰਡ ਦੇ ਵਿੱਚ ਕੋਈ ਪੁੱਛਗਿੱਛ ਹੀ ਨਹੀਂ ਹੋਈ ਤੇ ਨਾ ਹੀ ਉਸਦੇ ਪਰਿਵਾਰ ਤੋਂ ਪੁੱਛਗਿੱਛ ਹੋਈ ਹੈ। ਨਵੀਂ ਸਿੱਟ ਨੇ ਤਾਂ ਡੇਰਾ ਸਿਰਸਾ ਦੇ ਕਾਤਲ ਤੇ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਵਿੱਚੋਂ ਫਾਰਗ ਹੀ ਕਰ ਦਿੱਤਾ ਹੈ। ਇਹਨਾਂ ਪੀੜਤ ਪਰਿਵਾਰਾਂ ਨੇ ਚਸ਼ਮਦੀਦਾਂ ਨੇ ਸਿਆਸੀ ਲੀਡਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਹੁਣ ਉਹ ਇਹਨਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਪਿੰਡਾਂ ਵਿੱਚ ਵੋਟਾਂ ਮੰਗਣ ਲਈ ਆਏ ਤਾਂ ਸਾਡੇ ਪਰਿਵਾਰਾਂ ਦੇ ਵੱਲੋਂ ਇਹਨਾਂ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਏਗਾ। ਇਸ ਲਈ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬੇਅਦਬੀ ਮੁੱਦੇ ਨੂੰ ਆਪਣਾ ਵਿਸ਼ਾ ਨਾ ਬਣਾਉਣ। ਸੋ ਇੱਕ ਚੰਗੀ ਜਿਹੜੀ ਚੇਤਾਵਨੀ ਤੇ ਤਾੜਨਾ ਦਿੱਤੀ ਗਈ ਹੈ। ਇਹਨਾਂ ਪਰਿਵਾਰਾਂ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਕਸਦਿਆਂ ਕਿਹਾ ਕਿ ਸਿੱਧੂ 4.5 ਸਾਲ ਤੱਕ ਘਰ ਬੈਠੇ ਰਹੇ, ਪਰ ਹੁਣ ਉਹਨਾਂ ਦੇ ਇਸ ਮੁੱਦੇ ਤੇ ਟਵੀਟ ਬਹੁਤ ਚੱਲ ਰਹੇ ਨੇ। ਟਵੀਟਾਂ ਤੋਂ ਬਾਅਦ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਹੈ ਤੇ ਪ੍ਰਧਾਨਗੀ ਦੇ ਤਾਜਪੋਸ਼ੀ ਸਮਾਗਮ ਵਿੱਚ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਪੰਜਾਬ ਦੀ ਸਿਆਸਤ ਦਾ ਰਾਹ ਬਰਗਾੜੀ ਤੋਂ ਸ਼ੁਰੂ ਹੁੰਦਾ ਹੈ। 3 ਸਿੱਟ ਬਣ ਗਈਆਂ ਪਰ ਸਰਕਾਰ ਦੇ ਵਕੀਲ ਅਦਾਲਤਾਂ ਵਿੱਚ ਪੱਖ ਸਹੀ ਤਰ੍ਹਾਂ ਨਾਲ ਨਹੀਂ ਰੱਖਦੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਗੋਲੀकांड ਦੇ ਵਿੱਚ ਮਾਰੇ ਗਏ 2 ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸੀ। ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਸਿੱਟ ਨੇ ਜੋ ਜਾਂਚ ਕੀਤੀ ਸੀ ਉਹਦੇ ਵਿੱਚ ਸਿਆਸੀ ਲੋਕਾਂ ਦੇ ਕਹਿਣ ਤੇ ਜਿੰਨੇ ਵੀ ਦੋਸ਼ੀ ਪੁਲਿਸ ਅਧਿਕਾਰੀ ਸਨ ਉਹਨਾਂ ਨੂੰ ਮਾਮਲੇ ਵਿੱਚੋਂ ਕੱਢ ਦਿੱਤਾ ਗਿਆ। ਉਹਨਾਂ ਵਿੱਚ ਪੰਜਾਬ ਦੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਤੇ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ ਪੰਜਾਬ ਪੁਲਿਸ ਹਾਲੇ ਤੱਕ ਰਿਟ ਨਹੀਂ ਪਾ ਸਕੀ। 78 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਲੋਕਾਂ ਨਾਲ ਸਿਰਫ ਤੇ ਸਿਰਫ ਧੱਕਾ ਹੋ ਰਿਹਾ ਹੈ। ਇਹਨਾਂ ਚਸ਼ਮਦੀਦਾਂ ਅਤੇ ਪੀੜਤ ਪਰਿਵਾਰਾਂ ਨੇ ਐਸਜੀਪੀਸੀ ਦੇ ਵੱਲੋਂ ਦਿੱਤੇ ਗਏ ਬਿਆਨ ਕਿ ਕੋਟਕਪੂਰਾ ਚੌਂਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਹੀ ਬੇਅਦਬੀ ਦੇ ਦੋਸ਼ੀ ਹਨ। ਉਹਨਾਂ ਦੀ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। 2018 ਤੋਂ ਲੈ ਕੇ ਅੱਜ ਤੱਕ ਜਿਹੜੀ ਸਿੱਟ ਨੇ ਕੰਮ ਕੀਤਾ ਉਹਦੇ ਵਿੱਚ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਸਨ। ਉਹਨਾਂ ਨੇ ਬਹੁਤ
ਇਮਾਨਦਾਰੀ ਨਾਲ ਜਾਂਚ ਕੀਤੀ ਸੀ, ਪਰ ਨਤੀਜਾ ਇਹ ਨਿਕਲਿਆ ਕਿ ਜਾਂਚ ਮੁੱਢੋਂ ਹੀ ਖਾਰਿਜ ਹੋ ਗਈ। ਸਿਰਫ 5 ਡੇਰਾ ਪ੍ਰੇਮੀਆਂ ਦੇ ਆਲੇ ਦੁਆਲੇ ਜਾਂਚ ਘੁਮਾਈ ਜਾ ਰਹੀ ਹੈ, ਜੋ 2017 ਵਿੱਚ ਫੜੇ ਗਏ ਸੀ, ਜਿਨ੍ਹਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ ਤੇ ਹਾਲੇ ਤੱਕ ਇਹਨਾਂ ਖਿਲਾਫ ਕੁਝ ਵੀ ਸਾਬਤ ਨਹੀਂ ਕਰ ਸਕੀ ਪੁਲਿਸ। ਪਰਿਵਾਰਾਂ ਨੇ ਕਿਹਾ ਕਿ ਅਸੀਂ ਇਨਸਾਫ ਤੱਕ ਪਹੁੰਚਣਾ ਹੈ। ਸੁਮੇਧ ਸੈਣੀ ਨੂੰ ਪੰਜਾਬ ਦਾ ਸਭ ਤੋਂ ਵੱਡਾ ਗੁੰਡਾ ਅਫਸਰ ਦੱਸਦਿਆਂ ਕਿਹਾ ਕਿ ਸਰਕਾਰ ਇਸ ਨੂੰ ਬਚਾ ਰਹੀ ਹੈ। ਸਿੱਖਾਂ ਦੇ ਨਾਲ ਦੋਹਰਾ ਮਾਪਦੰਡ ਅਪਣਾਇਆ ਜਾ ਰਿਹਾ ਹੈ। ਉਧਰ ਇਸੇ ਮਸਲੇ ਦੇ ਵਿੱਚ, ਬੇਅਦਬੀ ਮਸਲੇ ਦੇ ਵਿੱਚ ਸੌਦਾ ਸਾਧ ਦੇ ਚੇਲਿਆਂ ਨੂੰ ਸਲਾਖਾਂ ਪਿੱਛੇ ਡੱਕਣ ਦਾ ਰਾਹ ਹੈ ਜਿਹੜਾ ਉਹ ਪੱਧਰਾ ਹੋ ਗਿਆ। ਪੰਜਾਬ ਸਰਕਾਰ ਦੇ ਵੱਲੋਂ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇਹ ਮਨਜ਼ੂਰੀ ਦਿੱਤੀ ਹੈ। ਆਈਜੀ ਬਾਰਡਰ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਵੱਲੋਂ FIR ਨੰਬਰ 117 ਤੇ 128 ਵਿੱਚ ਗ੍ਰਿਫਤਾਰੀਆਂ ਕੀਤੀਆਂ ਸਨ। ਚਲਾਨ ਵੀ ਪੇਸ਼ ਕੀਤੇ ਸੀ। ਉਸ ਤੋਂ ਬਾਅਦ ਗ੍ਰਹਿ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਇਸ ਕੇਸ ਦੇ ਵਿੱਚ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ ਤੇ ਰਣਜੀਤ ਸਿੰਘ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਹੈ ਜਿਹੜੀ ਉਹ ਗ੍ਰਹਿ ਵਿਭਾਗ ਨੇ ਦੇ ਦਿੱਤੀ ਹੈ। ਸਿਆਸਤ ਨਾਲ ਜੁੜੀ ਖਬਰ ਹੈ। ਆਖਿਰਕਾਰ ਕੈਪਟਨ ਸਾਹਿਬ ਨੇ ਕਿਹੜੀ ਸਰਦਲ ਟੱਪ ਲਈ ਹੈ ਤੇ ਸਿੱਧੂ ਭੰਬੀਰੀ ਕਿਉਂ ਬਣੇ ਨੇ? ਦਰਅਸਲ ਚੋਣਾਂ ਦੀ ਰੁੱਤ ਅਤੇ ਹਾਈਕਮਾਂਡ ਦੇ ਡੰਡੇ ਦੇ ਡਰੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਘਰੋਂ ਬਾਹਰ ਨਿਕਲਣਾ ਪੈ ਹੀ ਗਿਆ। ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਦੇ ਯਾਦਗਾਰੀ ਦਿਹਾੜੇ ਮੌਕੇ ਕੈਪਟਨ ਸਾਹਿਬ ਸੁਨਾਮ ਪਹੁੰਚੇ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਦੇ ਆਦਮ ਕੱਦ ਬੁੱਤ ਦਾ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਕੀਤਾ। ਇਹ ਯਾਦਗਾਰ 2 ਕਰੋੜ 61 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸ਼ਹੀਦਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ, ਕਿਉਂਕਿ ਕਈ ਸ਼ਹੀਦ ਅਜਿਹੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਤੱਕ ਨਹੀਂ ਤੇ ਪੰਜਾਬ ਸਰਕਾਰ ਸਾਰੇ ਸ਼ਹੀਦਾਂ ਲਈ ਪੰਜਾਬ ਦੇ ਵਿੱਚ ਯਾਦਗਾਰਾਂ ਉਸਾਰੇਗੀ। ਸੁਨਾਮ ਮਾਨਸਾ ਸੜਕ ਤੇ 4 ਏਕੜ ਥਾਂ ਵਿੱਚ ਤਿਆਰ ਕੀਤੀ ਗਈ ਸ਼ਹੀਦ ਊਧਮ ਸਿੰਘ ਯਾਦਗਾਰ ਵਿੱਚ ਸ਼ਹੀਦ ਦਾ ਤਾਂਬੇ ਦਾ ਬੁੱਤ, ਉਹਨਾਂ ਦੀਆਂ ਨਿਸ਼ਾਨੀਆਂ ਸਾਂਭਣ ਤੇ ਪ੍ਰਦਰਸ਼ਨੀ ਲਈ ਅਜਾਇਬ ਘਰ, ਕੈਫੇਟੇਰੀਆ ਤੇ ਹੋਰ ਸੁਵਿਧਾਵਾਂ ਦਿੱਤੀਆਂ ਗਈਆਂ ਨੇ। ਤੇ ਇਹ ਵੀ ਤੱਥ ਤੁਹਾਨੂੰ ਦੱਸ ਦਈਏ ਕਿ ਕੈਪਟਨ ਸਰਕਾਰ ਦੇ 4.5 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਹੈ ਜਦੋਂ ਕੈਪਟਨ ਨੂੰ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਘਰੋਂ ਪੁਲਾਂਗ ਭਰਨੀ ਪਈ ਹੋਵੇ। ਨਹੀਂ ਤਾਂ ਇਸ ਤੋਂ ਪਹਿਲਾਂ ਉਹ ਆਪਣੇ ਸਿਸਮਾਂ ਵਾਲੇ ਘਰ ਤੋਂ ਹੀ ਸਰਕਾਰ ਚਲਾਉਂਦੇ ਆ ਰਹੇ ਨੇ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਤੋਂ ਸ਼ਹੀਦ ਊਧਮ ਸਿੰਘ ਦਾ ਨਾਮ ਬੜੇ ਹੀ ਸਨਮਾਨ ਨਾਲ ਲਿਆ ਜਾਂਦਾ ਹੈ। ਅਕਾਲੀ ਬੀਜੇਪੀ ਸਰਕਾਰ ਨੇ ਤਾਂ ਸ਼ਰਧਾ ਵਜੋਂ ਸੁਨਾਮ ਦਾ ਨਾਮ ਬਦਲ ਕੇ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਰੱਖ ਦਿੱਤਾ ਸੀ। ਤਾਂ ਕੈਪਟਨ ਇੱਕ ਪਾਸੇ ਜਿੱਥੇ ਸੁਨਾਮ ਪਹੁੰਚੇ ਸੀ ਤਾਂ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਫਤਿਹਗੜ੍ਹ ਸਾਹਿਬ ਪਹੁੰਚ ਗਏ। ਸ਼ਹੀਦ ਜਿਨ੍ਹਾਂ ਨੂੰ ਕੌਮ ਦਾ ਸਾਂਝਾ ਸਰਮਾਇਆ ਮੰਨਿਆ ਜਾਂਦਾ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੀ ਕੈਪਟਨ ਤੇ ਸਿੱਧੂ ਰਲ ਕੇ ਨਹੀਂ ਤੁਰ ਸਕੇ। ਸਿੱਧੂ ਪਿਛਲੇ 4 ਦਿਨਾਂ ਤੋਂ ਫਿਰਕੀ ਦੀ ਤਰ੍ਹਾਂ ਪੰਜਾਬ ਦੇ ਦੌਰੇ ਤੇ ਨੇ। 3 ਦਿਨ ਪਹਿਲਾਂ ਉਹ ਦਿੱਲੀ ਤੋਂ ਤੁਰੇ ਜਲੰਧਰ ਤੇ ਲੁਧਿਆਣਾ ਦਾ ਗੇੜਾ ਲਾਇਆ। ਫਿਰ ਕਾਂਗਰਸ ਦੇ ਜਾਨ ਗਵਾਉਣ ਵਾਲੇ ਲੀਡਰ ਦੇ ਘਰ ਹਿੱਸੋਵਾਲ ਪਹੁੰਚੇ। ਫਿਰ ਚੰਡੀਗੜ੍ਹ ਦੇ ਵਿੱਚ ਡੇਰਾ ਲਾਇਆ ਤੇ 4 ਜ਼ਿਲ੍ਹਿਆਂ ਦੇ ਲੀਡਰਾਂ ਸਮੇਤ ਦਲਿਤ ਲੀਡਰਾਂ ਨਾਲ ਬੈਠਕ ਕੀਤੀ। ਫਿਰ ਪੰਜਾਬੀ ਫਿਲਮ ਐਕਟਰ ਯੋਗਰਾਜ ਸਿੰਘ ਦੇ ਘਰ ਜਾ ਦਰਵਾਜ਼ਾ ਖੜਕਾਇਆ ਤੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਸਰਹੰਦ ਹਾਜ਼ਰੀ ਭਰੀ। ਖਬਰ ਇਹ ਵੀ ਮਿਲ ਰਹੀ ਹੈ ਕਿ ਯੋਗਰਾਜ ਸਿੰਘ ਜਲਦੀ ਕਾਂਗਰਸ ਦਾ ਪੱਲਾ ਫੜ ਸਕਦੇ ਨੇ। ਹਾਲਾਂਕਿ ਸ਼ਹੀਦਾਂ ਨੂੰ ਯਾਦ ਕਰਨ ਲਈ ਹਰ ਸਾਲ 31 ਜੁਲਾਈ ਨੂੰ ਸੂਬਾ ਪੱਧਰੀ ਸਮਾਗਮ ਹੈ ਜਿਹੜਾ ਉਹ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਵਿਖੇ ਕੀਤਾ ਜਾਂਦਾ ਹੈ। ਪਰ ਮੋਤੀਆਂ ਵਾਲੀ ਸਰਕਾਰ ਨੂੰ ਯਾਦ ਪਹਿਲੀ ਵਾਰੀ ਆਈ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਪਹਿਲੀ ਵਾਰੀ 4 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁੱਖ ਮੰਤਰੀ ਅਹੁਦੇ ਤੇ ਹੁੰਦਿਆਂ ਘਰੋਂ ਨਾ ਨਿਕਲਣ ਦੇ ਦੋਸ਼ ਲੱਗਦੇ ਰਹਿੰਦੇ ਨੇ। ਪਹਿਲੀ ਵਾਰ ਦੀ ਸਰਕਾਰ ਉਹਨਾਂ ਨੇ ਚੰਡੀਗੜ੍ਹ ਬਹਿ ਕੇ ਹੀ ਚਲਾਈ ਸੀ ਤੇ ਇਸ ਵਾਰੀ ਤਾਂ ਆਪਣੇ ਕੁਝ ਚਹੇਤੇ ਅਫਸਰਾਂ ਤੇ ਹੀ ਸਰਕਾਰ ਦਾ ਸਾਰਾ ਕੰਮਕਾਜ ਛੱਡਿਆ ਹੋਇਆ ਤੇ ਆਪ ਸਿਸਮਾ ਫਾਰਮ ਰਹਿੰਦੇ ਨੇ। ਹਰਿਆਣਾ ਦੇ ਖੇਤੀਬਾੜੀ ਮੰਤਰੀ JP ਦਲਾਲ ਯੂ ਟਰਨ ਮਾਰਦਿਆਂ ਕਿਸਾਨਾਂ ਦੇ ਹੱਕ ਵਿੱਚ ਭੁਗਤਾਏ ਨੇ। JP ਦਲਾਲ ਨੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਦੇ ਸਿਰਫ ਸੋਲੇ ਹੀ ਨਹੀਂ ਗਾਏ, ਸਗੋਂ ਇਹ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਕਿਸਾਨਾਂ ਦੇ ਚਾਕਰ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਯਾਨੀ ਕਿ ਮਾਲਕ ਕਿਸਾਨ ਨੇ ਤੇ ਸਰਕਾਰਾਂ ਨੌਕਰ ਚਾਕਰ ਨੇ। ਖੇਤੀਬਾੜੀ ਮੰਤਰੀ ਆਪਣੇ ਹਲਕੇ ਲੋਹਾਰੂ ਦੇ ਵਿੱਚ ਉੱਚ ਅਧਿਕਾਰੀਆਂ ਦੇ ਕਾਫਲੇ ਨਾਲ ਅਚਾਨਕ ਖੇਤਾਂ ਵਿੱਚ ਪਹੁੰਚ ਗਏ, ਜਿੱਥੇ ਉਹਨਾਂ ਨੇ ਨਹਿਰੀ ਪਾਣੀ ਦੀ ਵਿਵਸਥਾ ਦਾ ਜਾਇਜ਼ਾ ਲੈਣਾ ਸੀ। ਖੇਤੀਬਾੜੀ ਮੰਤਰੀ ਆਮ ਨਾਲੋਂ ਬੜੇ ਚੁਸਤ ਫੁਰਤ ਲੱਗੇ ਤੇ ਨਹਿਰ ਤੇ ਹੀ ਆਪਣਾ ਦਰਬਾਰ ਲਾ ਲਿਆ। ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਖੇਤੀਬਾੜੀ ਮੰਤਰੀ ਨੇ ਨਹਿਰ ਤੇ ਹੀ ਦਰਬਾਰ ਲਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਮਾਲਕ ਨੇ, ਅਸੀਂ ਉਹਨਾਂ ਦੇ ਨੌਕਰ ਹਾਂ, ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। JP ਦਲਾਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕੋਸ਼ਿਸ਼ ਹੈ ਕਿ ਪਾਣੀ ਹਰ ਖੇਤ ਤੇ ਹਰ ਟੂਟੀ ਤੱਕ ਪਹੁੰਚੇ। JP ਦਲਾਲ ਨੇ ਤਾਂ ਇੱਥੋਂ ਤੱਕ ਵੀ ਦਾਅਵਾ ਕਰ ਦਿੱਤਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਕੋਈ ਵੀ ਕਿਸਾਨ ਕੋਈ ਵੀ ਸਮੱਸਿਆ ਦੱਸੇ ਉਸ ਦਾ ਤੁਰੰਤ ਹੱਲ ਕੀਤਾ ਜਾਏਗਾ। ਪਰ ਇੱਥੇ ਕਿਸਾਨਾਂ ਨੂੰ ਸੁਣਨ ਦੇ ਵਿੱਚ ਬੜਾ ਹਾਸੋਹੀਣਾ ਲੱਗੇਗਾ, ਕਿਉਂਕਿ ਕਿਸਾਨ ਤਾਂ ਪਿਛਲੇ ਕਈ ਮਹੀਨਿਆਂ ਤੋਂ ਧਰਨੇ ਤੇ ਬੈਠੇ ਨੇ। ਜੋ ਉਹ ਮੰਗ ਰਹੇ ਨੇ, ਜੋ ਉਹਨਾਂ ਦੀ ਸਮੱਸਿਆ ਹੈ, ਉਸ ਦਾ ਹੱਲ ਤਾਂ ਨਹੀਂ ਹੋ ਰਿਹਾ।
ਪਟਿਆਲੇ ਤੋਂ ਖਬਰ ਹੈ ਰੁਜ਼ਗਾਰ ਪ੍ਰਾਪਤੀ ਲਈ, ਜਿੱਥੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਕੀਤੇ ਗਏ ਰੋਸ ਪ੍ਰੋਗਰਾਮ ਦੇ ਦੌਰਾਨ ਵਾਈਪੀਐਸ ਚੌਂਕ ਦੇ ਉੱਤੇ ਪੁਲਿਸ ਨੇ ਇਹਨਾਂ ਬੇਰੁਜ਼ਗਾਰਾਂ ਦੇ ਉੱਤੇ ਲਾਠੀ ਚਾਰਜ ਕੀਤਾ। ਖਿੱਚਧੂ ਵੀ ਕੀਤੀ ਗਈ। ਪੁਲਿਸ ਕਾਰਵਾਈ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਦਸਤਾਰਾਂ ਤੱਕ ਉਤਰ ਗਈਆਂ। 5 ਵੱਖ-ਵੱਖ ਬੇਰੁਜ਼ਗਾਰ ਅਧਿਆਪਕ ਤੇ ਬੇਰੁਜ਼ਗਾਰ ਸਿਹਤ ਕਰਮੀਆਂ ਤੇ ਆਧਾਰਿਤ ਜਥੇਬੰਦੀਆਂ ਦੇ ਰੋਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਾਰਕੁਨ ਸ਼ਾਮਲ ਸਨ। ਪ੍ਰਦਰਸ਼ਨਕਾਰੀ ਜਦੋਂ ਆਪਣੇ ਕੀਤੇ ਐਲਾਨ ਮੁਤਾਬਿਕ ਮੋਤੀ ਮਹਿਲ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਸਖਤੀ ਵਰਤ ਦਿੱਤੀ। ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਚੌਂਕ ਤੇ ਧਰਨਾ ਲਾ ਦਿੱਤਾ। ਹਾਦਸੇ ਨਾਲ ਜੁੜੀ ਹੋਈ ਫਿਰ ਤੋਂ ਇੱਕ ਖਬਰ ਹੈ। ਪਾਣੀਪਤ ਤੋਂ ਇਹ ਖਬਰ ਹੈ, ਜਿੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ਦੇ ਆਜ਼ਮਗੜ੍ਹ ਤੋਂ ਪੰਜਾਬ ਦੇ ਪਟਿਆਲਾ ਲਿਆ ਰਹੀ ਨਿੱਜੀ ਬੱਸ ਹਾਦਸਾਗ੍ਰਸਤ ਹੋ ਗਈ ਤੇ 3 ਜਣੇ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਪਾਣੀਪਤ ਜੀਟੀ ਰੋਡ ਤੇ ਖਾਦੀ ਆਸ਼ਰਮ ਕੋਲ ਸ਼ਨੀਵਾਰ ਸਵੇਰੇ ਸਵਾਰੀਆਂ ਲਾ ਰਹੀ ਪ੍ਰਾਈਵੇਟ ਬੱਸ ਦੇ ਪਿੱਛੋਂ ਟਰੱਕ ਆ ਕੇ ਵੱਜਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ, 13 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਾਜ਼ੁਕ ਹਾਲਤ ਦੇ ਵਿੱਚ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੌਮਾਂਤਰੀ ਸਰਹੱਦ ਉੱਤੇ ਬੀਐਸਐਫ ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ। ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਜਵਾਨਾਂ ਨੇ ਸ਼ੁੱਕਰਵਾਰ ਰਾਤ ਨੂੰ 8:48 ਵਜੇ ਦੇ ਕਰੀਬ ਸਰਹੱਦੀ ਵਾੜ ਦੇ ਨੇੜੇ ਸ਼ੱਕੀ ਗਤੀਵਿਧੀ ਦੇਖੀ ਸੀ। ਜਵਾਨਾਂ ਨੇ ਘੁਸਪੈਠੀਆਂ ਨੂੰ ਰੁਕਣ ਲਈ ਕਿਹਾ, ਪਰ ਉਹਨਾਂ ਨੇ ਵਾਰ-ਵਾਰ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕਰ ਦਿੱਤੀ ਤੇ ਦੋਵੇਂ ਜਣੇ ਮਾਰੇ ਗਏ। ਸਿੱਖਿਆ ਵਿਭਾਗ ਪੰਜਾਬ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ 6635 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਹਨਾਂ ਅਸਾਮੀਆਂ ਲਈ ਈਟੀਟੀ ਟੈਟ ਪਾਸ ਬੇਰੁਜ਼ਗਾਰ ਉਮੀਦਵਾਰ 3 ਅਗਸਤ ਤੋਂ ਲੈ ਕੇ 18 ਅਗਸਤ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ। ਅਸਾਮੀਆਂ ਲਈ 100 ਅੰਕਾਂ ਦੀ ਆਬਜੈਕਟਿਵ ਲਿਖਤੀ ਪ੍ਰੀਖਿਆ ਲਈ ਜਾਵੇਗੀ। ਅਸਾਮੀਆਂ ਲਈ ਉੱਚ ਯੋਗਤਾ ਗ੍ਰੈਜੂਏਸ਼ਨ ਦੇ ਪਹਿਲੇ ਦਰਜੇ ਲਈ 5 ਅੰਕ, ਦੂਸਰੇ ਦਰਜੇ ਲਈ 3 ਤੇ ਤੀਜੇ ਦਰਜੇ ਲਈ 2 ਅੰਕ ਵਾਧੂ ਮਿਲਣਗੇ ਤੇ ਜਨਰਲ ਵਰਗ ਲਈ ਅਪਲਾਈ ਕਰਨ ਦੀ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ। ਰਿਜ਼ਰਵ ਤੇ ਹੋਰ ਕੈਟੇਗਰੀਜ਼ ਨੂੰ ਨਿਯਮਾਂ ਮੁਤਾਬਿਕ ਉਮਰ ਹੱਦ ਵਿੱਚ ਛੋਟ ਦਿੱਤੀ ਗਈ ਹੈ। ਕੁੱਲ 6635 ਅਸਾਮੀਆਂ ਵਿੱਚੋਂ 2157 ਅਸਾਮੀਆਂ ਔਰਤਾਂ ਲਈ ਖਾਸ ਤੌਰ ਤੇ ਰਿਜ਼ਰਵ ਰੱਖੀਆਂ ਗਈਆਂ ਨੇ। ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਕਿ ਵੈਟਰਨ ਆਈਟੀ ਕੰਪਨੀ ਕੌਗਨੀਜੈਂਟ ਇਸ ਸਾਲ 1 ਲੱਖ ਲੋਕਾਂ ਨੂੰ ਨੌਕਰੀਆਂ ਦੇਵੇਗੀ। ਜੂਨ ਦੀ ਤਿਮਾਹੀ ਵਿੱਚ ਕੰਪਨੀ ਦੀ ਕੁੱਲ ਆਮਦਨੀ 41.8% ਵੱਧ ਕੇ 51.2 ਕਰੋੜ ਅਮਰੀਕੀ ਡਾਲਰ ਹੋ ਗਈ ਹੈ। ਕੰਪਨੀ ਨੇ ਲੰਘੇ ਬੁੱਧਵਾਰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਯੂਐਸ ਆਧਾਰਿਤ ਕੰਪਨੀ ਨੇ ਜੂਨ 2020 ਦੀ ਤਿਮਾਹੀ ਵਿੱਚ ਕੁੱਲ ਆਮਦਨੀ 36.1 ਕਰੋੜ ਡਾਲਰ ਦੱਸੀ ਹੈ। ਕੌਗਨੀਜੈਂਟ ਕੰਪਨੀ ਦੇ ਸੀਈਓ ਬ੍ਰਾਇਨ ਹੰਫਰੀਜ਼ ਦੇ ਮੁਤਾਬਿਕ ਅਸੀਂ 2021 ਵਿੱਚ ਲਗਭਗ 1 ਲੱਖ ਦੀ ਭਰਤੀ ਅਤੇ ਲਗਭਗ 1 ਲੱਖ ਐਸੋਸੀਏਟ ਨੂੰ ਸਿਖਲਾਈ ਦੇਣ ਦੀ ਉਮੀਦ ਕਰਦੇ ਹਾਂ। ਕੌਗਨੀਜੈਂਟ ਨੂੰ 2021 ਵਿੱਚ ਤਕਰੀਬਨ 30,000 ਨਵੇਂ ਗ੍ਰੈਜੂਏਟ ਅਤੇ 2022 ਦੇ ਵਿੱਚ ਭਾਰਤ ਵਿੱਚ ਨਵੇਂ ਗ੍ਰੈਜੂਏਟਾਂ ਨੂੰ 45,000 ਦੀ ਪੇਸ਼ਕਸ਼ ਕਰਨ ਦੀ ਜਿਹੜੀ ਉਮੀਦ ਹੈ ਉਹ ਰੱਖੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਲੇਵਾਲ ਕੋਲ ਦੀ ਲੰਘਦੀ ਭਾਖੜਾ ਮੇਨ ਬ੍ਰਾਂਚ ਦੇ ਹੈੱਡ ਤੋਂ 3 ਅਣਪਛਾਤੀਆਂ ਲਾਸ਼ਾਂ ਕੱਢੀਆਂ ਗਈਆਂ ਨੇ। ਨਹਿਰ ਵਿੱਚ ਲਾਸ਼ਾਂ ਸੰਬੰਧੀ ਜਦੋਂ ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਲਾਸ਼ਾਂ ਨੂੰ ਬਾਹਰ ਕੱਢਿਆ। ਜੇ ਮੀਂਹ ਦੇ ਹਾਲਾਤ ਦੇਖ ਲਈਏ ਤਾਂ ਪੰਜਾਬ ਦੇ ਵਿੱਚ ਮਾਲਵੇ, ਦੁਆਬੇ ਤੇ ਮਾਝੇ ਤਿੰਨਾਂ ਇਲਾਕਿਆਂ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਪਾਣੀ ਹੈ ਜਿਹੜਾ ਉਹ ਖੜ ਗਿਆ ਹੈ। ਮਾਲਵੇ ਦੇ ਕੁਝ ਪਿੰਡਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਨਰਮੇ ਦੀ ਜਿਹੜੀ ਫਸਲ ਹੈ, ਖੜੀ ਫਸਲ ਦੇ ਵਿੱਚ ਪਾਣੀ ਹੈ ਲਗਾਤਾਰ ਭਰਿਆ ਹੋਇਆ ਤੇ ਜੇ ਪਾਣੀ ਨਹੀਂ ਕੱਢਿਆ ਜਾਂਦਾ ਤਾਂ ਨਰਮੇ ਦੀ ਫਸਲ ਹੈ ਜਿਹੜੀ ਮੱਚ ਸਕਦੀ ਹੈ, ਖਰਾਬ ਹੋ ਸਕਦੀ ਹੈ ਤੇ ਕਈ ਖੇਤਾਂ ਦੇ ਵਿੱਚ ਤਾਂ ਨਰਮੇ ਦੀ ਫਸਲ ਖਰਾਬ ਵੀ ਹੋ ਚੁੱਕੀ ਹੈ। ਤੇ ਇਸੇ ਤਰ੍ਹਾਂ ਦੇ ਹਾਲਾਤ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਵੀ ਬਣੇ ਹੋਏ ਨੇ ਜਿਨ੍ਹਾਂ ਦੇ ਘਰ ਨੀਵੇਂ ਨੇ ਤੇ ਪਿੰਡ ਨੀਵੇਂ ਨੇ। ਪੰਜਾਬ ਦੇ ਉਮੀਦਵਾਰ ਜਿਹੜੇ ਮੁਕਾਬਲਾ ਪ੍ਰੀਖਿਆ ਦੇਣਾ ਚਾਹੁੰਦੇ ਨੇ ਉਹ ਪਰੇਸ਼ਾਨੀ ਦੇ ਆਲਮ ਵਿੱਚ ਘਿਰ ਗਏ ਨੇ, ਕਿਉਂਕਿ ਯੂਪੀਐਸਸੀ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਅਤੇ ਪੀਐਸਐਸਬੀ ਯਾਨੀ ਕਿ ਪੰਜਾਬ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀਆਂ ਪ੍ਰੀਖਿਆਵਾਂ ਇੱਕੋ ਦਿਨ ਹੋਣ ਕਰਕੇ ਦੋਵੇਂ ਪ੍ਰੀਖਿਆ ਲਈ ਬਿਨੈ ਪੱਤਰ ਦੇਣ ਵਾਲੇ ਉਮੀਦਵਾਰ ਪਰੇਸ਼ਾਨ ਨੇ। ਯੂਪੀਐਸਸੀ ਵੱਲੋਂ ਪ੍ਰੀਖਿਆ ਦੀ ਤਰੀਕ 8 ਅਗਸਤ ਪਹਿਲਾਂ ਤੋਂ ਹੀ ਨਿਸ਼ਚਿਤ ਕੀਤੀ ਹੋਈ ਸੀ, ਜਦਕਿ ਪੰਜਾਬ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਵੀ ਪਟਵਾਰੀ, ਜ਼ਿਲ੍ਹੇਦਾਰ ਅਤੇ ਸਿੰਜਾਈ ਬੁਕਿੰਗ ਕਲਰਕਾਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਵੀ 8 ਅਗਸਤ ਹੀ ਨਿਰਧਾਰਿਤ ਕਰ ਦਿੱਤੀ ਗਈ ਹੈ ਤੇ ਕਈ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਨੇ ਦੋਵੇਂ ਪ੍ਰੀਖਿਆਵਾਂ ਦੇ ਲਈ ਆਪਣੀਆਂ ਅਰਜ਼ੀਆਂ ਭੇਜੀਆਂ ਹੋਈਆਂ ਨੇ, ਪਰ ਦੋਵੇਂ ਪ੍ਰੀਖਿਆਵਾਂ ਇੱਕੋ ਦਿਨ ਹੋਣ ਕਰਕੇ ਉਮੀਦਵਾਰ ਹੁਣ ਬੇਚੈਨ ਨੇ। ਭਾਰਤ ਸਰਕਾਰ ਦੇ ਮੌਨਸੂਨ ਸੈਸ਼ਨ ਦੇ ਦੌਰਾਨ ਸਦਨ ਦੇ ਦੋਵੇਂ ਸੈਸ਼ਨ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਕਾਰਵਾਈ ਚੱਲ ਰਹੀ ਹੈ ਤੇ ਬੁੱਧਵਾਰ ਨੂੰ ਸੰਸਦ ਦੇ ਇੱਕ ਸਦਨ ਦੇ ਵਿੱਚ ਇੱਕ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ। ਦਰਅਸਲ ਕੇਂਦਰੀ ਰਾਜ ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਾਵਲੇ ਨੇ ਰਾਜ ਸਭਾ ਦੇ ਵਿੱਚ ਬਿਆਨ ਦਿੱਤਾ ਕਿ ਮੈਨੂਅਲ ਸਿਕੁਐਂਜਿੰਗ ਯਾਨੀ ਕਿ ਦਸਤੀ ਸਫਾਈ ਕਰਕੇ ਪਿਛਲੇ 5 ਸਾਲਾਂ ਵਿੱਚ ਕਿਸੇ ਵੀ ਸ਼ਖਸ ਦੀ ਮੌਤ ਨਹੀਂ ਹੋਈ। ਸੀਵਰੇਜ ਕਰਮਚਾਰੀਆਂ ਦੀ ਮੌਤ ਤੇ ਸਰਕਾਰ ਦਾ ਇਹ ਬਿਆਨ ਸੱਚਮੁੱਚ ਹੈਰਾਨ ਕਰਨ ਵਾਲਾ ਹੈ।
ਦਰਅਸਲ ਰਾਜ ਸਭਾ ਸਾਂਸਦ ਮੱਲਿਕਾਰਜੁਨ ਖੜਗੇ ਸਮੇਤ ਇੱਕ ਹੋਰ ਸਾਂਸਦ ਨੇ ਸਵਾਲ ਪੁੱਛਿਆ ਸੀ। ਮੰਤਰੀ ਵੱਲੋਂ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਕਿ ਕੋਈ ਅਜਿਹੀ ਮੌਤ ਪਿਛਲੇ 5 ਸਾਲਾਂ ਦੇ ਵਿੱਚ ਹੋਈ ਹੀ ਨਹੀਂ। ਸਫਾਈ ਅੰਦੋਲਨ ਨਾਲ ਜੁੜੇ ਬੇਜਵਾੜਾ ਵਿਲਸਨ ਨੇ ਇਸ ਬਿਆਨ ਦਾ ਵਿਰੋਧ ਕੀਤਾ ਤੇ ਕਿਹਾ ਕਿ ਸਰਕਾਰ ਨੇ ਸੰਸਦ ਦੇ ਪਿਛਲੇ ਇਜਲਾਸ ਦੇ ਵਿੱਚ 340 ਮੌਤਾਂ ਦਾ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਕਿ ਸਾਡੇ ਰਿਕਾਰਡ ਦੇ ਮੁਤਾਬਿਕ ਪਿਛਲੇ 5 ਸਾਲਾਂ ਵਿੱਚ 472 ਮੌਤਾਂ ਹੋਈਆਂ ਨੇ ਤੇ ਹੁਣ ਸਰਕਾਰ ਦੇ ਇਸ ਬਿਆਨ ਨੂੰ ਗੈਰ ਮਨੁੱਖੀ ਕਰਾਰ ਦਿੱਤਾ ਜਾ ਰਿਹਾ ਹੈ। ਵਿਲਸਨ ਦੇ ਮੁਤਾਬਿਕ ਇਸ ਸਾਲ ਵੀ 26 ਮੌਤਾਂ ਹੋਈਆਂ ਨੇ। ਸੀਵਰੇਜ ਸਾਫ਼ ਕਰਦੇ ਸਮੇਂ ਤੇ ਸੈਪਟਿਕ ਟੈਂਕ ਸਾਫ਼ ਕਰਦੇ ਸਮੇਂ 26 ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਨੇ ਤੇ ਇਹਨਾਂ ਮੌਤਾਂ ਦਾ ਅੰਕੜਾ ਸਰਕਾਰ ਨੂੰ ਪਤਾ ਹੀ ਨਹੀਂ ਜਾਂ ਫਿਰ ਸਰਕਾਰ ਨੇ ਜਾਣਬੁੱਝ ਕੇ ਅਜਿਹਾ ਅਣਮਨੁੱਖੀ ਬਿਆਨ ਦਿੱਤਾ ਹੈ ਤੇ ਹੁਣ ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਇਸ ਬਿਆਨ ਬਾਰੇ ਮਾਫੀ ਮੰਗਣੀ ਚਾਹੀਦੀ ਹੈ। ਇਹ ਕਹਿਣਾ ਹੈ ਵਿਲਸਨ ਦਾ। ਪੈਗਾਸਸ ਜਾਸੂਸੀ ਕਾਂਡ ਦੇ ਕੇਂਦਰ ਵਿੱਚ ਇਜ਼ਰਾਈਲ ਦੀ ਸਾਈਬਰ ਸੁਰੱਖਿਆ ਕੰਪਨੀ NSO ਗਰੁੱਪ ਨੇ ਦੁਨੀਆ ਭਰ ਦੇ ਆਪਣੇ ਬਹੁਤ ਸਾਰੇ ਸਰਕਾਰੀ ਗਾਹਕਾਂ ਨੂੰ ਉਸ ਦੀ ਸਪਾਈਵੇਅਰ ਜਾਸੂਸੀ ਸੌਫਟਵੇਅਰ ਟੈਕਨੋਲੋਜੀ ਦੀ ਵਰਤੋਂ ਕਰਨ ਤੋਂ ਸਥਾਈ ਤੌਰ ਤੇ ਰੋਕ ਦਿੱਤਾ ਹੈ। ਯਾਨੀ ਕਿ NSO ਨੇ ਆਪਣੇ ਸਰਕਾਰੀ ਗਾਹਕਾਂ ਨੂੰ ਪੈਗਾਸਸ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਸਪਾਈਵੇਅਰ ਦੀ ਦੁਰਵਰਤੋਂ ਦੇ ਦਾਅਵਿਆਂ ਤੋਂ ਬਾਅਦ ਕੰਪਨੀ ਨੂੰ ਇਹ ਰੋਕ ਲਾਉਣੀ ਪਈ ਹੈ। 올림픽ਸ ਦੀਆਂ ਕੁਝ ਅਪਡੇਟਸ ਤੁਹਾਨੂੰ ਦੇ ਦਿੰਦੇ ਹਾਂ। ਭਾਰਤੀ ਔਰਤ ਹਾਕੀ ਟੀਮ ਨੇ ਲਗਾਤਾਰ ਦੂਸਰਾ ਮੈਚ ਜਿੱਤ ਲਿਆ। ਹਾਕੀ ਟੀਮ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸਾਊਥ ਅਫਰੀਕਾ ਨੂੰ 4-3 ਨਾਲ ਹਰਾ ਦਿੱਤਾ। ਇਹਦੇ ਨਾਲ ਭਾਰਤੀ ਟੀਮ ਦੀਆਂ 올림픽ਸ ਹਾਕੀ ਦੇ ਕੁਆਟਰ ਫਾਈਨਲ ਵਿੱਚ ਪਹੁੰਚਣ ਦੀਆਂ ਆਸਾਂ ਹਾਲੇ ਵੀ ਬਣੀਆਂ ਹੋਈਆਂ ਨੇ। ਭਾਰਤ ਲਈ 3 ਗੋਲ ਕਰਨ ਵਾਲੀ ਵੰਦਨਾ ਕਟਾਰੀਆ 올림픽ਸ ਦੇ ਵਿੱਚ ਅਜਿਹਾ ਕਾਰਨਾਮਾ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਯਾਨੀ ਕਿ ਇਸ ਮੈਚ ਦੇ ਵਿੱਚ 4 ਦੇ ਵਿੱਚੋਂ 3 ਗੋਲ ਵੰਦਨਾ ਨੇ ਕੀਤੇ। ਪੰਜਾਬ ਦੀ ਕਮਲਪ੍ਰੀਤ ਕੌਰ ਵੀ ਇਤਿਹਾਸ ਰਚਣ ਦੀ ਤਿਆਰੀ ਦੇ ਵਿੱਚ ਹੈ। ਭਾਰਤ ਦੀ ਡਿਸਕਸ ਥਰੋ ਦੀ ਖਿਡਾਰਨ ਕਮਲਪ੍ਰੀਤ ਕੌਰ ਨੇ 올림픽ਸ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਤੇ ਹੁਣ ਉਸ ਦਾ ਮੁਕਾਬਲਾ ਫਾਈਨਲ ਦੇ ਵਿੱਚ 2 ਅਗਸਤ ਨੂੰ 12 ਹੋਰ ਖਿਡਾਰੀਆਂ ਦੇ ਨਾਲ ਹੋਏਗਾ। ਕਮਲਪ੍ਰੀਤ ਕੌਰ ਨੇ 64 ਮੀਟਰ ਦਾ ਥਰੋ ਸੁੱਟ ਕੇ ਭਾਰਤ ਲਈ ਨਵਾਂ ਰਿਕਾਰਡ ਵੀ ਬਣਾ ਦਿੱਤਾ ਹੈ। 25 ਸਾਲਾਂ ਦੀ ਕਮਲਪ੍ਰੀਤ ਪੰਜਾਬ ਦੀ ਧੀ ਹੈ। ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਬਰਵਾਲਾ ਪਿੰਡ ਦੀ ਰਹਿਣ ਵਾਲੀ ਹੈ ਤੇ ਕੁਆਲੀਫਾਈਂਗ ਰਾਊਂਡ ਦੇ ਵਿੱਚ ਕਮਲਪ੍ਰੀਤ ਦੇ ਅੰਕ ਮੌਜੂਦਾ ਵਿਸ਼ਵ ਚੈਂਪੀਅਨ ਯੇਮੀ ਪਰਜ਼ ਅਤੇ ਪਿਛਲੇ 올림픽ਸ ਦੇ ਵਿੱਚ 골ਡ ਮੈਡਲ ਜੇਤੂ ਸਾਂਡਰਾ ਪਰਵੋਕ ਤੋਂ ਵੀ ਵੱਧ ਸਨ। ਔਰਤਾਂ ਦੇ ਡਿਸਕਸ ਥਰੋ ਦਾ ਫਾਈਨਲ ਮੁਕਾਬਲਾ ਸੋਮਵਾਰ ਯਾਨੀ ਕਿ 2 ਅਗਸਤ ਨੂੰ ਹੋਏਗਾ। ਕਮਲਪ੍ਰੀਤ ਦਾ ਮੁਕਾਬਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖਾਸ ਤੌਰ ਤੇ ਬਹਿ ਕੇ ਦੇਖਿਆ ਤੇ ਉਹਨਾਂ ਨੇ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਭਾਰਤ ਦੇ ਸਾਬਕਾ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਵੀ ਕਮਲਪ੍ਰੀਤ ਨੂੰ ਵਧਾਈ ਦਿੱਤੀ ਹੈ। ਟਵੀਟ ਕੀਤਾ ਹੈ, ਮੈਨੂੰ ਆਸ ਹੈ ਕਿ 3 ਐਥਲੀਟ ਨੇ ਜਿਹੜੇ ਉਹ ਇਤਿਹਾਸ ਬਣਾਉਣਗੇ। ਕਮਲਪ੍ਰੀਤ ਕਿਸਾਨ ਪਰਿਵਾਰ ਦੀ ਧੀ ਹੈ ਤੇ ਪਿਤਾ ਕੁਲਦੀਪ ਸਿੰਘ ਖੇਤੀਬਾੜੀ ਕਰਦੇ ਨੇ। ਕਮਲਪ੍ਰੀਤ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਕਬਰਵਾਲਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਹੀ ਕੀਤੀ ਹੈ ਤੇ ਦਸ਼ਮੇਸ਼ ਗਰਲਜ਼ ਕਾਲਜ ਪਿੰਡ ਬਾਦਲ ਤੋਂ ਗ੍ਰੈਜੂਏਸ਼ਨ ਕੀਤੀ ਹੈ। ਕਮਲਪ੍ਰੀਤ ਦੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਮਲਪ੍ਰੀਤ ਨਾਲ ਵੀਡੀਓ ਕਾਲ ਤੇ ਗੱਲਬਾਤ ਕਰਕੇ ਉਸ ਨੂੰ ਹੌਸਲਾ ਅਫਜ਼ਾਈ ਕੀਤੀ। ਤੇ ਬੈਡਮਿੰਟਨ ਦੇ ਵਿੱਚ ਭਾਰਤ ਦੀ ਤਗਮੇ ਦੀ ਆਸ ਉਸ ਵਕਤ ਟੁੱਟ ਗਈ ਜਦੋਂ ਮਹਿਲਾ ਸਿੰਗਲਸ ਬੈਡਮਿੰਟਨ ਸੈਮੀਫਾਈਨਲ ਦੇ ਵਿੱਚ PV ਸਿੰਧੂ ਚੀਨੀ ਤਾਈਪੇ ਦੀ ਤਾਏ ਯੂ ਜਿੰਗ ਦੇ ਪਾਸੋਂ ਸਿੱਧੇ ਸੈਟਾਂ ਦੇ ਵਿੱਚ 21-18 ਤੇ 21-12 ਦੇ ਨਾਲ ਹਾਰ ਗਈ। ਭਾਰਤ ਦੀ ਇਹ ਖਿਡਾਰਨ ਹੁਣ ਕਾਂਸੀ ਦੇ ਤਗਮੇ ਲਈ ਖੇਡੇਗੀ। ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਮੈਚ ਹਾਰ ਗਏ ਨੇ। 올림픽ਸ ਖੇਡਾਂ ਦੇ ਵਿੱਚ ਅਮਰੀਕਾ ਦੇ ਸੁਪਰਸਟਾਰ ਨੂੰ ਕਰੋਨਾ ਹੋ ਗਿਆ। ਅਮਰੀਕਾ ਦੇ ਇੱਕ ਪੋਲ ਵਾਲਟ ਸੁਪਰਸਟਾਰ ਨੂੰ ਕਰੋਨਾ ਪੋਜ਼ਿਟਿਵ ਪਾਇਆ ਗਿਆ ਹੈ, ਜਿਸ ਕਰਕੇ ਵਿਸ਼ਵ ਚੈਂਪੀਅਨ ਤੇ ਅਮਰੀਕੀ ਰਿਕਾਰਡ ਧਾਰਕ ਐਥਲੀਟ ਸੈਮ ਕੇਂਡਰਿਕਸ ਨੂੰ ਟੋਕੀਓ 올림픽ਸ ਖੇਡਾਂ ਤੋਂ ਬਾਹਰ ਹੋਣਾ ਪਿਆ ਹੈ। ਅਮਰੀਕਾ ਦੇ 올림픽ਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੀਟਾਂ, ਕੋਚਾਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਪਹਿਲੀ ਤਰਜੀਹ ਹੈ, ਇਸ ਲਈ ਸੈਮ ਟੋਕੀਓ 올림픽ਸ ਦੇ ਵਿੱਚ ਹੁਣ ਮੁਕਾਬਲਾ ਨਹੀਂ ਕਰੇਗਾ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲੀ ਖਬਰ ਹੈ ਕਿ ਸਾਊਦੀ ਅਰਬ ਜਾ ਰਹੇ 에ਅਰ ਇੰਡੀਆ ਦੇ ਜਹਾਜ਼ ਦਾ ਸ਼ੀਸ਼ਾ ਤਿੜਕਣ ਕਾਰਨ ਹੰਗਾਮੀ ਹਾਲਤ ਦੇ ਵਿੱਚ ਤਿਰੂਵਨੰਤਪੁਰਮ ਹਵਾਈ ਅੱਡੇ ਤੇ ਜਹਾਜ਼ ਨੂੰ ਲਾਇਆ ਗਿਆ। ਵਿੰਡਸ਼ੀਲਡ ਯਾਨੀ ਕਿ ਸ਼ੀਸ਼ਾ ਟੁੱਟਣ ਕਾਰਨ ਸਾਊਦੀ ਅਰਬ ਜਾ ਰਹੇ 에ਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ਦੇ ਹੰਗਾਮੀ ਹਾਲਤ ਦੇ ਵਿੱਚ ਉਤਾਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7:52 ਤੇ ਉਡਾਣ ਭਰਨ ਤੋਂ 1 ਘੰਟੇ ਦੇ ਅੰਦਰ ਪਾਇਲਟ ਨੇ ਸ਼ੀਸ਼ੇ ਵਿੱਚ ਤਰੇੜ ਵੇਖ ਕੇ ਤਿਰੂਵਨੰਤਪੁਰਮ ਪਰਤਣ ਦਾ ਫੈਸਲਾ ਲੈ ਲਿਆ। ਇਸ ਤੋਂ ਬਾਅਦ ਜਹਾਜ਼ ਨੂੰ ਸਵੇਰੇ 8:50 ਤੇ ਐਮਰਜੈਂਸੀ ਵਿੱਚ ਹਵਾਈ ਅੱਡੇ ਤੇ ਉਤਾਰਿਆ ਗਿਆ। ਕੋਵਿਡ ਪਾਬੰਦੀਆਂ ਕਾਰਨ ਜਹਾਜ਼ ਵਿੱਚ ਕੋਈ ਯਾਤਰੀ ਨਹੀਂ ਸੀ ਤੇ ਇਸ ਨੂੰ ਮਾਲ ਦੀ ਢੁਆਈ ਲਈ ਵਰਤਿਆ ਜਾ ਰਿਹਾ ਸੀ। ਜਹਾਜ਼ ਵਿੱਚ ਅਮਲੇ ਦੇ 8 ਮੈਂਬਰ ਸਵਾਰ ਸਨ। ਗੋਆ ਦੇ ਸਿਹਤ ਮੰਤਰੀ ਆਕਸੀਜਨ ਦੀ ਘਾਟ ਕਾਰਨ ਕੋਵਿਡ ਮਰੀਜ਼ਾਂ ਦੀ ਮੌਤ ਦੇ ਆਪਣੇ ਬਿਆਨ ਤੋਂ ਪਲਟ ਗਏ ਨੇ। ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ 2 ਮਹੀਨੇ ਪਹਿਲਾਂ ਕਿਹਾ ਸੀ ਕਿ ਸੂਬੇ ਦੇ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ
GMCH ਦੇ ਵਿੱਚ ਆਕਸੀਜਨ ਦੀ ਕਮੀ ਕਾਰਨ ਕਈ ਕੋਵਿਡ ਮਰੀਜ਼ਾਂ ਦੀ ਜਾਨ ਚਲੀ ਗਈ, ਪਰ ਹੁਣ 2 ਮਹੀਨੇ ਬਾਅਦ ਸਿਹਤ ਮੰਤਰੀ ਰਾਣੇ ਆਪਣੇ ਬਿਆਨਾਂ ਤੋਂ ਪਲਟ ਗਏ ਨੇ। ਰਾਣੇ ਨੇ ਵਿਧਾਨ ਸਭਾ ਨੂੰ ਹੁਣ ਦੱਸਿਆ ਕਿ ਮਹਾਮਾਰੀ ਦੌਰਾਨ ਆਕਸੀਜਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ, ਇਸ ਲਈ ਆਕਸੀਜਨ ਦੀ ਕਮੀ ਕਾਰਨ ਹੋਣ ਵਾਲੀ ਕਿਸੇ ਵੀ ਮੌਤ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਰਾਣੇ ਨੇ ਸ਼ੁੱਕਰਵਾਰ ਨੂੰ ਸਦਨ ਵਿੱਚ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ GMCH ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਇੱਕ ਵੀ ਕੋਵਿਡ-19 ਮਰੀਜ਼ ਦੀ ਮੌਤ ਨਹੀਂ ਹੋਈ। ਉਹ ਵਿਰੋਧੀ ਧਿਰ ਦੇ ਲੀਡਰ ਦਿਗੰਬਰ ਕਾਮਤ ਦੇ ਸਦਨ ਵਿੱਚ ਰੱਖੇ ਗਏ ਪ੍ਰਸ਼ਨ ਦਾ ਉੱਤਰ ਦੇ ਰਹੇ ਸੀ। ਮੇਘਾਲਿਆ ਦੇ ਵਿੱਚ ਬੀਜੇਪੀ ਦੇ ਇੱਕ ਮੰਤਰੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਮੇਘਾਲਿਆ ਸਰਕਾਰ ਵਿੱਚ ਬੀਜੇਪੀ ਮੰਤਰੀ ਸਨਬੋਰ ਸ਼ੁਲਈ ਨੇ ਲੋਕਾਂ ਨੂੰ ਮਟਨ, ਚਿਕਨ ਅਤੇ ਮੱਛਲੀ ਤੋਂ ਵੱਧ ਬੀਫ ਖਾਣ ਨੂੰ ਕਿਹਾ, ਯਾਨੀ ਕਿ ਗਊ ਦਾ ਮਾंस ਖਾਣ ਨੂੰ ਕਿਹਾ। ਸ਼ੁਲਈ ਬੀਜੇਪੀ ਦੇ ਸੀਨੀਅਰ ਲੀਡਰ ਨੇ ਤੇ ਹਾਲ ਹੀ ਵਿੱਚ ਉਹਨਾਂ ਨੇ ਮੇਘਾਲਿਆ ਦੇ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸ਼ੁਲਈ ਨੇ ਕਿਹਾ ਕਿ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਹਰ ਕਿਸੇ ਨੂੰ ਉਸਦੀ ਪਸੰਦ ਦਾ ਖਾਣਾ ਖਾਣ ਦੀ ਆਜ਼ਾਦੀ ਹੈ। ਮੈਂ ਲੋਕਾਂ ਨੂੰ ਮਟਨ ਤੇ ਚਿਕਨ ਤੋਂ ਵੱਧ ਬੀਫ ਖਾਣ ਦੇ ਲਈ ਉਤਸ਼ਾਹਿਤ ਕਰਨਾ ਚਾਹੁੰਦਾ। ਇਸ ਦੇ ਨਾਲ ਲੋਕਾਂ ਦੇ ਵਿੱਚ ਉਹ ਧਾਰਨਾ ਟੁੱਟੇਗੀ ਕਿ ਬੀਜੇਪੀ ਗਊ ਹੱਤਿਆ ਤੇ ਪਾਬੰਦੀ ਲਾਏਗੀ। ਸਨਬੋਰ ਸ਼ੁਲਈ ਮੇਘਾਲਿਆ ਦੇ ਵਿੱਚ ਪਸ਼ੂ ਪਾਲਣ ਮੰਤਰੀ ਨੇ। ਉਹਨਾਂ ਇਹ ਵੀ ਕਿਹਾ ਕਿ ਅਸਾਮ ਦੇ ਵਿੱਚ ਗਊ ਹੱਤਿਆ ਤੇ ਲੱਗੀ ਪਾਬੰਦੀ ਕਾਰਨ ਮੇਘਾਲਿਆ ਵਿੱਚ ਬੀਫ ਪਹੁੰਚਣ ਦੇ ਵਿੱਚ ਦਿੱਕਤ ਨਾ ਹੋਏ। ਇਸ ਬਾਰੇ ਮੈਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੇ ਨਾਲ ਗੱਲ ਕਰਾਂਗਾ। ਸੋ ਮੇਘਾਲਿਆ ਦੇ ਇਸ ਬੀਜੇਪੀ ਮੰਤਰੀ ਦਾ ਇਹ ਬਿਆਨ ਹੁਣ ਉਹਨਾਂ ਦੇ ਲਈ ਕਾਫੀ ਮਹਿੰਗਾ ਸਾਬਿਤ ਹੋ ਸਕਦਾ ਹੈ, ਕਿਉਂਕਿ ਬੀਜੇਪੀ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਤਕਰੀਬਨ ਸਾਰੇ ਲੀਡਰ ਨੇ ਜਿਹੜੇ ਉਹ ਗਊ ਹੱਤਿਆ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਕੱਟੜ ਰਹਿੰਦੇ ਨੇ ਅਤੇ ਗਊ ਦੇ ਮਾਮਲੇ ਤੇ ਕਾਫੀ ਸਖਤ ਫੈਸਲੇ ਲੈਂਦੇ ਨੇ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਹੈ, ਜਿੱਥੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕਾਲੇ ਧਨ ਨੂੰ ਸਫੈਦ ਕਰਨ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ 15 ਮਹੀਨਿਆਂ ਦੀ ਕੈਦ ਅਤੇ $4710 ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਦੇ ਮੁਤਾਬਿਕ ਇੰਡੀਆਨਾ ਦੇ ਲਵਪ੍ਰੀਤ ਸਿੰਘ ਨੇ ਮਾਰਚ ਵਿੱਚ ਕਾਲੇ ਧਨ ਨੂੰ ਸਫੈਦ ਕਰਨ ਦਾ ਦੋਸ਼ ਮੰਨ ਲਿਆ ਸੀ। ਉਸਨੇ ਧੋਖਾਧੜੀ ਵਜੋਂ ਆਪਣੇ ਸਾਥੀ ਤੋਂ ਪੈਸੇ ਲੈਣ ਤੇ ਉਸਨੂੰ ਕਿਤੇ ਹੋਰ ਲਿਜਾਣ ਦੇ ਨਾਲ ਗੈਰ ਕਾਨੂੰਨੀ ਤੌਰ ਤੇ ਹਥਿਆਰ ਰੱਖਣ ਦਾ ਦੋਸ਼ ਕਬੂਲ ਕੀਤਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਨੂੰ 15 ਮਹੀਨਿਆਂ ਦੀ ਕੈਦ ਤੇ $4710 ਦਾ ਜੁਰਮਾਨਾ ਕੀਤਾ ਗਿਆ। ਤੁਰਕੀ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਨੇ ਹਜ਼ਾਰਾਂ ਲੋਕ ਪ੍ਰਭਾਵਿਤ ਕਰ ਰੱਖੇ ਨੇ। ਚੀਨ ਅਤੇ ਯੂਰਪ ਦੇ ਵਿੱਚ ਹੜ੍ਹਾਂ ਅਤੇ ਅਮਰੀਕਾ ਕੈਨੇਡਾ ਦੇ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਹੁਣ ਤੁਰਕੀ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਅੰਗਰੇਜ਼ੀ ਅਖਬਾਰ ਦ ਗਾਰਡੀਅਨ ਦੀ ਖਬਰ ਦੇ ਮੁਤਾਬਿਕ ਵੀਰਵਾਰ ਨੂੰ ਮੁਲਕ ਦੇ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਤੋਂ ਬਾਅਦ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਨੇ ਤੇ 4 ਲੋਕਾਂ ਦੀ ਮੌਤ ਵੀ ਹੋ ਗਈ ਹੈ। ਅੰਤਾਲੀਆ ਤੇ ਮੁਗਲਾ ਇਲਾਕੇ ਜਿੱਥੇ ਲੋਕ ਘੁੰਮਣ ਫਿਰਨ ਲਈ ਜਾਂਦੇ ਨੇ, ਇਹਨਾਂ ਸਾਰੇ ਇਲਾਕਿਆਂ ਨੂੰ ਖਾਲੀ ਕਰਨਾ ਪਿਆ। ਤੁਰਕੀ ਦੇ ਵਿੱਚ ਪਿਛਲੇ 60 ਸਾਲਾਂ ਦੇ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਨੇ, ਜਦੋਂ ਦੱਖਣੀ ਪੂਰਬੀ ਸ਼ਹਿਰ ਸਿਜ਼ਰੇ ਦੇ ਵਿੱਚ 49.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਖਬਰ ਦੇ ਮੁਤਾਬਿਕ ਮੁਗਲਾ ਦੇ ਵਿੱਚ 197 ਏਕੜ ਦੇ ਵਿੱਚ ਅੱਗ ਲੱਗੀ ਹੈ। 4000 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੂਰੇ ਦੇਸ਼ ਦੇ ਵਿੱਚ ਦਰਜਨਾਂ ਲੋਕਾਂ ਨੂੰ ਇਸ ਅੱਗ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ ਪਿਆ। ਤੁਰਕੀ ਦੇ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਹਫ਼ਤੇ ਅੱਗ ਤੋਂ ਥੋੜੀ ਰਾਹਤ ਮਿਲ ਸਕਦੀ ਹੈ। ਦੇਸ਼ ਦੇ ਜੰਗਲਾਂ ਵਿੱਚ ਅੱਗ ਹਰ ਸਾਲ ਲੱਗਦੀ ਹੈ, ਪਰ ਇਸ ਸਾਲ ਹਾਲਾਤ ਗੰਭੀਰ ਬਣੇ ਹੋਏ ਨੇ। ਪੂਰੇ ਦੇਸ਼ ਵਿੱਚ 50 ਤੋਂ ਵੱਧ ਥਾਵਾਂ ਤੇ ਕਰਮਚਾਰੀ ਅੱਗ ਬੁਝਾਉਣ ਦੇ ਲਈ ਜੂਝ ਰਹੇ ਨੇ। ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮਾਜ਼ਨ ਤੇ ਯੂਰਪੀਅਨ ਯੂਨੀਅਨ ਨੇ $886 ਮਿਲੀਅਨ ਦਾ ਜੁਰਮਾਨਾ ਲਾਇਆ ਹੈ। ਇਲਜ਼ਾਮ ਲੱਗਿਆ ਕਿ ਡੇਟਾ ਸੁਰੱਖਿਆ ਕਾਨੂੰਨਾਂ ਦਾ ਕਥਿਤ ਤੌਰ ਤੇ ਐਮਾਜ਼ਨ ਨੇ ਉਲੰਘਣ ਕੀਤਾ ਹੈ, ਜਿਹੜੇ ਕਿ ਯੂਰਪੀਅਨ ਯੂਨੀਅਨ ਨੇ ਡੇਟਾ ਸੁਰੱਖਿਆ ਕਾਨੂੰਨ ਬਣਾਏ ਨੇ। ਜੁਰਮਾਨੇ ਦਾ ਇਹ ਫੈਸਲਾ ਲਗਜ਼ਮਬਰਗ ਦੇ ਨੈਸ਼ਨਲ ਕਮਿਸ਼ਨ ਫਾਰ ਡੇਟਾ ਪ੍ਰੋਟੈਕਸ਼ਨ ਨੇ ਸੁਣਾਇਆ ਹੈ। ਕਮਿਸ਼ਨ ਦੇ ਸਾਹਮਣੇ ਇਹ ਦਾਅਵਾ ਕੀਤਾ ਗਿਆ ਸੀ ਕਿ ਐਮਾਜ਼ਨ ਨਿੱਜੀ ਡੇਟਾ ਨੂੰ ਲੈ ਕੇ ਯੂਰਪੀਅਨ ਯੂਨੀਅਨ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੀ। ਆਪਣੇ ਤੇ ਲੱਗੇ ਇਹਨਾਂ ਇਲਜ਼ਾਮਾਂ ਦੇ ਜਵਾਬ ਦੇ ਵਿੱਚ ਐਮਾਜ਼ਨ ਨੇ ਕਿਹਾ ਕਿ ਅਸੀਂ ਆਪਣਾ ਪੂਰਾ ਬਚਾਅ ਕਰਾਂਗੇ, ਡੇਟਾ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਯੂਰਪੀਅਨ ਯੂਨੀਅਨ ਦੇ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਯਾਨੀ ਕਿ GDPR ਨਿਯਮਾਂ ਦੇ ਵਿੱਚ ਕੰਪਨੀਆਂ ਨੂੰ ਲੋਕਾਂ ਦੇ ਨਿੱਜੀ ਡੇਟਾ ਦੀ ਵਰਤੋਂ ਕਰਨ ਤੋਂ ਪਹਿਲਾਂ ਲੋਕਾਂ ਦੀ ਸਹਿਮਤੀ ਲੈਣਾ ਜ਼ਰੂਰੀ ਦੱਸਿਆ ਗਿਆ, ਨਹੀਂ ਤਾਂ ਉਹਨਾਂ ਤੇ ਭਾਰੀ ਜੁਰਮਾਨੇ ਦਾ ਪ੍ਰਾਵਧਾਨ ਹੈ। ਬਰਤਾਨੀਆ ਤੋਂ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਹੈ। ਬਰਤਾਨੀਆ ਦੇ ਸਾਊਥ ਵੇਲਜ਼ ਦੇ ਵਿੱਚ ਬਹੁਤ ਜਲਦ ਇੱਕ ਅਜਿਹੀ ਅਧਿਕਾਰਿਕ ਥਾਂ ਹੋਵੇਗੀ ਜਿੱਥੇ ਸਿੱਖ ਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਆਪਣਿਆਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਅਸਥੀਆਂ ਦਾ ਜਲ ਪ੍ਰਵਾਹ ਕਰ ਸਕਣਗੇ। ਦੋਵਾਂ ਧਰਮਾਂ ਦੇ ਵਿੱਚ ਧਰਮ ਦੇ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਮ੍ਰਿਤ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤੇ ਅਸਥੀਆਂ ਨੂੰ ਵਹਿੰਦੇ ਪਾਣੀ ਦੇ ਵਿੱਚ ਜਲ ਪ੍ਰਵਾਹ ਕੀਤਾ ਜਾਂਦਾ ਹੈ। ਟੈਫ ਨਦੀ ਤੇ ਕਾਰਡਰਿਫ ਦੇ ਵਿੱਚ ਲੈਂਡੈਫ ਰੋਇੰਗ ਕਲੱਬ ਦੀ ਸਾਈਟ ਵੇਲਜ਼ ਦੇ ਵਿੱਚ ਇਸ ਤਰ੍ਹਾਂ ਦੇ ਕਿਰਿਆਕਰਮ ਦੇ ਲਈ
ਆਪਣੀ ਤਰ੍ਹਾਂ ਦੀ ਇਹ ਪਹਿਲੀ ਥਾਂ ਇੱਥੇ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਜਾਏਗੀ। ਅੰਤਿਮ ਸੰਸਕਾਰ ਗਰੁੱਪ ਵੇਲਜ਼ ਯਾਨੀ ਕਿ ASGW ਦੇ ਚੰਨੀ ਕਾਲੇਰ ਨੇ ਦੱਸਿਆ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਲਈ ਇੱਕ ਅਜਿਹੀ ਥਾਂ ਦੀ ਭਾਲ ਕਰਨੀ ਉਹਨਾਂ ਨੇ ਉਦੋਂ ਸ਼ੁਰੂ ਕੀਤੀ ਸੀ ਜਦੋਂ ਉਹਨਾਂ ਦੀ ਭੈਣ 2012 ਵਿੱਚ ਪੌਂਟਰਸਨ ਤੇ ਆਪਣੇ ਪਿਤਾ ਦੀ ਰਾਖ ਨੂੰ ਜਲ ਪ੍ਰਵਾਹ ਕਰਨ ਦੇ ਦੌਰਾਨ ਨਦੀ ਵਿੱਚ ਲਗਭਗ ਫਿਸਲ ਹੀ ਗਈ ਸੀ। ਉਹਨਾਂ ਦੱਸਿਆ ਕਿ ਮੇਰੀ ਭੈਣ ਕੈਲੀਫੋਰਨੀਆ ਤੋਂ ਆਈ ਸੀ ਤੇ ਅਸੀਂ ਆਪਣੇ ਪਿਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਗਏ ਸੀ। ਕਾਲੇਰ ਇੱਕ ਸਿੱਖ ਹਨ ਅਤੇ ਉਹਨਾਂ ਦਾ ਜਨਮ ਤੰਜਾਨੀਆ ਦੇ ਵਿੱਚ ਹੋਇਆ ਸੀ। 1961 ਵਿੱਚ ਵੇਲਜ਼ ਆਏ ਤੇ ਉੱਥੇ ਉਹਨਾਂ ਨੇ ਹਿੰਦੂ ਭਾਈਚਾਰੇ ਦੇ ਨਾਲ ਮਿਲ ਕੇ ਅੰਤਿਮ ਸੰਸਕਾਰ ਗਰੁੱਪ ਵੇਲਜ਼ ਦਾ ਗਠਨ ਕੀਤਾ। ਇਸ ਤੋਂ ਬਾਅਦ ਇਸ ਗਰੁੱਪ ਨੇ ਆਪਣਿਆਂ ਦੇ ਅੰਤਿਮ ਸੰਸਕਾਰ ਦੇ ਲਈ ਇੱਕ ਜਿਹੜਾ ਹੈਗਾ ਥਾਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਹੁਣ ਜਾ ਕੇ ਉਹਨਾਂ ਨੂੰ ਥਾਂ ਮਿਲ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।